इंडिया न्यूज़ देखने वाले सारे दर्शकों का स्वागत है। मैं अभिषेक बहल इंडिया न्यूज़ देखने वाले सारे दर्शकों का एक बार फिर स्वागत करता है। ਅੱਜ ਅਸੀਂ ਵੱਡੀ ਬਹਿਸ ਦੇ ਨਾਲ ਜਿਹੜੇ ਹਾਜ਼ਰ ਹੋਏ ਹਾਂ, ਬੜਾ ਹੀ ਗੰਭੀਰ ਮੁੱਦਾ ਹੈ ਅਵਾਰਾ ਪਸ਼ੂਆਂ ਦਾ। ਜਿਸ ਤਰ੍ਹਾਂ ਕਿ ਅਵਾਰਾ ਪਸ਼ੂ ਸਾਡੇ ਪੰਜਾਬ ਦੇ ਨਾਲ ਮਹਾਨਗਰ ਲੁਧਿਆਣਾ ਜਿਹੜਾ ਹੈਗਾ ਸਮਾਰਟ ਸਿਟੀ, ਇਹਦੇ ਵਿੱਚ ਵੀ ਇਹਦਾ ਆਤੰਕ ਜਿਹੜਾ ਆਏ ਦਿਨ ਰੋਜ਼ ਸੜਕਾਂ ਤੇ ਦੇਖਿਆ ਜਾਂਦਾ ਹੈ। ਔਰ ਅਗਰ ਗੱਲ ਕਰੀਏ, ਇਹ ਅਵਾਰਾ ਪਸ਼ੂ ਜਿਹੜੇ ਹੈਗੇ ਨੇ ਸਾਡੇ हर जीवन दे विच एक समस्या बने हुए ने, क्योंकि सड़कों ते घूमते होंदे जिन्ने भी गौशाला वाले लोग ने या कोई डेयरियां वाले लोग ने, जिहड़ी गौ दूध नहीं देना दिंदी उन्होंने जिहड़ा है सड़कों ते छड्ड दिंदे ने, अवारा छड्ड दिंदे ने। सरकारां वालों कॉसेस के नाम ते हज़ारां टैक्स भी वसूलिया जाता है, लेकिन अवारा पशु जिहड़े ने मुसीबत का कारण बने हुए ने, दुर्घटनावां का कारण बने हुए ने। कई बार तां ओह इन्ने बुखला जांदे अवारा पशु कि लोकां दी दुकानां तक जिहड़े हैगे आ अंदर वड़ जांदे ने। इसे वड्डी चर्चा के उत्ते साडे नाल एक अज वड्डा पैनल जुड़ चुका है लुधियाना तो। कंवर हरप्रीत जी हैगे ने कांग्रेस तो, कमल चेतली जी हैगे ने साडे नाल अकाली दल तो, और जगदीप जी हैगे ने साडे नाल आम आदमी तो। सर स्वागत है तुहाडा सारिआं दा एक बारी इंडिया न्यूज़ ते अज दी वड्डी बहस जिहड़ी लैके असीं हाजिर होए हैं, क्योंकि अकाली दल वालों एक मुद्दा भी छेड़िया गया सीगा, जिस तरह की लगातार इन्हां वालों अवारा पशुओं नूं लैके प्रोटेस्ट भी किए गए सन। सर तुसी की कहना चाहोगे? कंवर जी हर साडे नाल मौजूद ने। पहला सवाल तुहाडा। देखो इस तरह है अभिषेक जी, जिस तरह तुसी कह चुके हो कि कॉसेस के नाम ते हज़ारां करोड़ रुपया हर साल सरकार वसूलती है, ते अज मैं समझदा इस पैनल दे विच कमी है। तुसी भारतीय जनता पार्टी के किसी प्रवक्ता नूं जरूर बुलाउणा सी जिहड़े इस गल दा जवाब दिंदे। बाकी ये देखो कई गल्लां जिहड़ियां ने ना ਉਹ ਨਿਰਾ ਰਾਜਨੀਤਿਕ ਸਰੋਕਾਰਾਂ ਨਾਲ ਨਹੀਂ ਜੁੜੀਆਂ ਹੁੰਦੀਆਂ, ਉਹਨਾਂ ਦੇ ਕਈ ਸਮਾਜਿਕ ਸਰੋਕਾਰ ਵੀ ਹੁੰਦੇ ਤੇ ਜਿਹੜੇ ਇਹ ਸੜਕਾਂ ਦੇ ਉੱਤੇ ਅਵਾਰਾ ਪਸ਼ੂ ਫਿਰਦੇ ਨੇ, ਆਫਟਰ ਆਲ ਕਿੱਥੋਂ ਹੋ ਰਹੇ ਇਹ ਦੇਖਣ ਵਾਲੀ ਗੱਲ ਹੈ। ਛੱਡੇ ਤਾਂ ਆਮ ਲੋਕਾਂ ਵੱਲੋਂ ਹੀ ਜਾਂਦੇ ਨੇ, ਜਿਹੜੇ ਦੇਖੋ ਗਾਵਾਂ ਦੁੱਧ ਨਹੀਂ ਦਿੰਦੀਆਂ, ਦੇਣੋਂ ਹਟ ਜਾਂਦੀਆਂ ਜਾਂ ਬਿਮਾਰ ਹੋ ਜਾਂਦੇ ਜਾਨਵਰ, ਜਾਂ ਦੂਸਰੀ ਤਰਫ ਜਿਹੜੇ ਕਿਉਂਕਿ ਦੇਖੋ ਕਿਸੇ ਵੀ ਜੀਵ ਦਾ ਇਸ ਧਰਤੀ ਦੇ ਉੱਤੇ ਜਨਮ ਲੈਣਾ ਕੁਦਰਤੀ ਵਰਤਾਰਾ ਹੈ। ਉਹ ਕਿਸ ਰੂਪ ਦੇ ਵਿੱਚ ਜਨਮ ਲੈਣਾ ਇਹ ਵੀ ਕੁਦਰਤ ਦੇ ਹੱਥ ਹੈ। ਤੇ ਜੇ ਤੇ ਦੁੱਧ ਦੇਣ ਵਾਲਾ ਪਸ਼ੂ ਪੈਦਾ ਹੋਇਆ ਤਾਂ ਉਹਨੂੰ ਰੱਖ ਲਿਆ, ਤੇ ਜੇ ਕੱਟਾ ਬੱਛਾ ਪੈਦਾ ਹੋਇਆ ਤਾਂ ਉਹਨੂੰ ਛੱਡਤਾ। ਇਹ ਜਿਹੜੀ ਇੱਕ ਪ੍ਰੈਕਟਿਸ ਹੈ ਨਾ, ਇਹ ਬੜੀ ਗਲਤ ਹੈ। ਹੁਣ ਇਸ ਦੇ ਬਾਅਦ ਜ਼ਿੰਮੇਵਾਰੀ ਤੁਸੀਂ ਜ਼ਿਆਦਾਤਰ ਡੈਰੀ ਫਾਰਮ ਵਾਲਿਆਂ ਨੂੰ ਠਹਿਰਾਉਂਦੇ ਹੋ? ਨਹੀਂ, ਜ਼ਿਆਦਾਤਰ ਮੈਂ ਜ਼ਿੰਮੇਵਾਰ ਕਿਸੇ ਨੂੰ ਵੀ ਨਹੀਂ ਠਹਿਰਾਉਂਦਾ, ਸਾਰੇ ਹੀ ਬਰਾਬਰੀ ਜ਼ਿੰਮੇਵਾਰ ਸਾਰਿਆਂ ਦੀ ਹੈ। ਉਸ ਤੋਂ ਬਾਅਦ ਸਰਕਾਰਾਂ ਦੀ ਗੱਲ ਕਰੀਏ, ਸਰਕਾਰਾਂ ਕਾਓ ਸੈਸ ਲੈਂਦੀਆਂ ਨੇ, ਇੰਨਾ ਰੁਪਈਆ ਲੋਕਾਂ ਦਾ ਉਗਰਾਇਆ ਜਾਂਦਾ ਹੈ, ਹਰ ਚੀਜ਼ ਦੇ ਉੱਤੇ ਕਾਓ ਸੈਸ ਹੈ, ਤੇ ਉਹ ਕਾਓ ਸੈਸ ਦਾ ਰੁਪਈਆ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੱਸੇ ਕਿ ਕਿੱਥੇ ਜਾਂਦਾ। ਜਿਵੇਂ ਇਹਨਾਂ ਦਾ ਪ੍ਰਧਾਨ ਮੰਤਰੀ ਜਿਹੜਾ ਰਿਲੀਫ ਫੰਡ ਹੈ, ਉਹ ਅੱਜ ਤੱਕ ਉਹ ਨਹੀਂ ਦੱਸਣ ਚ ਇਹ ਆਉਂਦੇ ਵੀ ਕਿੱਥੇ ਗਿਆ ਕੋਵਿਡ ਦਾ ਜਿਹੜਾ ਪ੍ਰਧਾਨ ਮੰਤਰੀ ਰਿਲੀਫ ਫੰਡ ਚਲਾਇਆ ਸੀ। ਉਸੇ ਤਰ੍ਹਾਂ ਕਾਓ ਸੈਸ ਦਾ ਤੁਸੀਂ ਅੱਜ ਇੱਥੇ ਭਾਰਤੀ ਜਨਤਾ ਪਾਰਟੀ ਦੇ ਕਿਸੇ ਨੁਮਾਇੰਦੇ ਨੂੰ ਜ਼ਰੂਰ ਇੱਥੇ ਬੁਲਾਉਣਾ ਸੀ ਜਿਹੜਾ ਇਸ ਗੱਲ ਦਾ ਜਵਾਬ ਦੇ ਕੇ ਜਾਂਦਾ। ਉਹਨਾਂ ਨੂੰ ਤੁਸੀਂ ਕਹਿੰਦੇ, ਸਮਾਂ ਦਿੰਦੇ ਕਿ ਭਾਈ ਇਹ ਤੁਸੀਂ ਜਵਾਬ ਪਹਿਲਾਂ ਲੈ ਕੇ ਇੱਥੇ ਆਓ, ਤੇ ਇਹ ਫਿਰ ਇਹ ਡਿਬੇਟ ਦਾ ਜਿਹੜਾ ਹੈ ਨਾ ਕੋਈ ਨਤੀਜਾ, ਮੈਂ ਕਹਿੰਦਾ ਸਾਰਥਕ ਨਤੀਜਾ, ਇਹ ਤਾਂ ਹੀ ਨਿਕਲਣਾ ਸੀਗਾ। ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਅੱਜ ਇਹ ਸਵਾਲ ਜ਼ਰੂਰ ਪੁੱਛਣਾ ਚਾਹੁੰਦਾ, ਤੇ ਅਗਰ ਇਹ ਹੋ ਸਕੇ ਤੁਸੀਂ ਸਵਾਲ ਦਾ ਇਸ ਗੱਲ ਦਾ ਜਵਾਬ ਲੈ ਕੇ ਦਿਓ ਕਿ ਜਿਹੜਾ ਇੰਨਾ ਰੁਪਈਆ ਉਹ ਕਿਉਂ ਨਹੀਂ ਗਊਸ਼ਾਲਾ ਬਣਾਇਆ ਜਾਂਦੀਆਂ, ਜੇਕਰ ਸਲਾਟਰ ਹਾਊਸ ਜਿਹੜੇ ਹੈ ਉਹਨਾਂ ਨੂੰ ਤੁਸੀਂ ਬੰਦ ਕਰਨਾ ਚਾਹੁੰਦੇ ਹੋ, ਜਾਂ ਜਿਹੜੇ ਗਊ ਰਕਸ਼ਕ ਦਲ ਜਿਹੜੇ ਛੱਡੇ ਇਹਨਾਂ ਨੇ ਖੁਦ ਦੇ, ਜਦੋਂ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਾਬਜ਼ ਹੋਈ ਹੈ ਸੱਤਾ ਦੇ ਉੱਤੇ, ਤੇ ਮੇਰਾ ਖਿਆਲ ਸ਼ਾਇਦ ਚੇਤਲੀ ਸਾਹਿਬ ਵੀ ਇਸ ਗੱਲ ਦਾ ਜਵਾਬ ਦੇ ਸਕਣ, ਕਿਉਂਕਿ ਲੰਬਾ ਸਮਾਂ ਇਹਨਾਂ ਨੇ ਵੀ ਭਾਰਤੀ ਜਨਤਾ ਪਾਰਟੀ ਨੇ ਬੜੀ ਸਟੱਡੀ ਕੀਤੀ ਹੈ ਜੀ। ਚੇਤਲੀ ਸਾਹਿਬ ਤੁਹਾਡੇ ਕੋਲ ਆਉਂਦੇ ਪਹਿਲਾਂ ਜੀ। ਚੇਤਲੀ ਸਾਹਿਬ, ਇੱਕ ਗੱਲ ਤਾਂ ਹਰਪ੍ਰੀਤ ਜੀ ਬੜੀ ਵਧੀਆ ਕਰਦੇ ਆ, ਆਪਦੇ ਕੋਲੋਂ ਲਾ ਕੇ ਨਾ ਦੂਜੇ ਦੇ ਗੱਲ ਪਾ ਦਿੰਦੇ ਆ ਜਿਹੜਾ ਇਹਨਾਂ ਕੋਲ ਜਵਾਬ ਨਹੀਂ ਹੁੰਦਾ। ਹਰਪ੍ਰੀਤ ਜੀ ਤੁਹਾਨੂੰ ਯਾਦ ਹੋਣਾ ਹੈ ਕਿ 2012 ਦੀ ਜਦੋਂ ਦੁਬਾਰਾ ਸਾਡੀ ਸਰਕਾਰ ਬਣੀ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਇੱਕ ਕਾਓ ਸੇਵਾ ਕਮਿਸ਼ਨ ਬਣਾਇਆ ਸੀਗਾ। ਉਹ ਪੰਜਾਬ ਦੇ ਲੋਕਾਂ ਦੀ ਡਿਮਾਂਡ ਦੇ ਉੱਤੇ ਬਣਿਆ ਸੀ ਵੀ ਜਿਹੜੀਆਂ ਅਵਾਰਾ ਗਊਆਂ ਸੜਕ ਦੇ ਉੱਤੇ ਫਿਰਦੀਆਂ ਨੇ, ਇਹਨਾਂ ਦੇ ਨਾਲ ਬਹੁਤ ਐਕਸੀਡੈਂਟ ਹੁੰਦੇ ਨੇ, ਔਰ ਕਈਆਂ ਦੀਆਂ ਜਾਨਾਂ ਵੀ ਜਾਂਦੀਆਂ ਨੇ, ਔਰ ਲੋਕਾਂ ਨੂੰ ਉਹਦੀ ਹਰਾਸਮੈਂਟ ਵੀ ਹੁੰਦੀ ਹੈ। ਵੱਡੇ ਵੱਡੇ ਸਾਡੇ ਹਾਈਵੇ ਬਣ ਗਏ, ਹਾਈਵੇ ਤੇ ਵੀ ਐਕਸੀਡੈਂਟ ਹੁੰਦੇ ਆ। ਆ ਹੰਬੜਾ ਰੋਡ ਜਿੱਥੇ ਤੁਹਾਡੀ ਪਾਰਟੀ ਦੇ ਮੇਅਰ ਨੇ, ਉਹਨਾਂ ਦਾ ਵਾਰਡ ਹੈ, ਤੁਹਾਡੇ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੇ, ਉਹਨਾਂ ਦਾ ਹਲਕਾ ਪੈਂਦਾ ਹੈ, ਇਹਦੇ ਉੱਤੇ ਸਾਰਿਆਂ ਨਾਲੋਂ ਵੱਧ ਗਾਈਆਂ ਅਵਾਰਾ ਫਿਰਦੀਆਂ ਨੇ। ਦੇਖੋ ਤੁਸੀਂ, ਤੁਹਾਨੂੰ ਜੇ ਯਾਦ ਹੋਵੇ 17-18 ਆਈਟਮਾਂ ਦੇ ਉੱਤੇ ਉਦੋਂ ਕਾਓ ਸੈਸ ਲੱਗਿਆ ਸੀ,
ਜਿਹਦੇ ਚੋਂ 5-6 ਆਈਟਮਾਂ ਘਟਾ ਕੇ ਹੁਣ 10 ਆਈਟਮਾਂ ਦੇ ਉੱਤੇ ਰਹਿ ਗਿਆ, ਜਿਹਦੇ ਚ ਮੈਰਿਜ ਪੈਲਸ, ਪੈਟਰੋਲ, ਡੀਜ਼ਲ, ਸਕਾਚ ਵਿਸਕੀ, ਸੀਮੈਂਟ, ਬਿਜਲੀ, ਦੇਸੀ ਸ਼ਰਾਬ, ਅੰਗਰੇਜ਼ੀ ਸ਼ਰਾਬ, ਅਨੇਕਾਂ ਏਸੀ ਹਾਲ, ਸਾਰਿਆਂ ਦੇ ਉੱਤੇ ਟੈਕਸ ਲਾਇਆ। ਮੈਂ ਤੁਹਾਨੂੰ ਦੱਸਦਾ ਕਿ 2018-19 ਚ ਕਾਰਪੋਰੇਸ਼ਨ ਨੂੰ 12 ਕਰੋੜ ਰੁਪਇਆ ਇਕੱਠਾ ਹੋਇਆ, ਕੱਲੀ ਕਾਰਪੋਰੇਸ਼ਨ ਨੂੰ, ਤੇ ਜਿਹਦੇ ਚ ਉਹਨਾਂ ਨੇ 5 ਕਰੋੜ ਰੁਪਇਆ ਸਿਰਫ ਰਿਲੀਜ਼ ਕੀਤਾ ਗਊਆਂ ਦੇ ਖਰਚੇ ਦੇ ਲਈ, ਦੇਖਭਾਲ ਦੇ ਲਈ। ਬਾਕੀ ਸਾਰਾ ਪੈਸਾ ਇਹਨਾਂ ਨੇ ਆਪਣੀਆਂ ਤਨਖਾਹਾਂ ਜਾਂ ਕਿਸੇ ਹੋਰ ਖਰਚੇ ਚ ਕਨਵਰਟ ਕਰਤਾ। ਦੇਖੋ ਤੁਸੀਂ ਗੱਲ ਕੀਤੀ ਵੀ ਸਲਾਟਰ ਹਾਊਸ ਬਣਨੇ ਚਾਹੀਦੇ ਆ, ਪਰ ਮੇਰਾ ਮੰਨਣਾ ਇਹ ਹੈ ਵੀ ਜਿਹੜੀ ਇਹ ਨਸਲ ਹੈ, ਜਿਹੜੀਆਂ HF ਨਸਲ ਹੈ, ਜਰਸੀ ਨਸਲ ਹੈ, ਐਕਚੁਅਲੀ ਕੀ ਹੈ, ਇਹ ਆਪਣੇ ਹਿੰਦੁਸਤਾਨ ਦੇ ਮੌਸਮ ਵਾਲੀ ਨਸਲ ਨਹੀਂ ਹੈਗੀ। 2-3 ਮਹੀਨੇ, ਕਿਉਂਕਿ ਇਹ ਦੁੱਧ ਦੀ ਪ੍ਰੋਡਕਸ਼ਨ ਜ਼ਿਆਦਾ ਹੁੰਦੀ ਹੈ, ਜਦੋਂ ਉਹਨਾਂ ਦੇ ਅੰਦਰ ਕਮੀ ਹੁੰਦੀ ਹੈ, ਬਿਮਾਰੀ ਲੱਗਦੀ ਹੈ, ਤੇ ਉਹ ਦੁੱਧ ਨੂੰ ਹਟ ਜਾਂਦੀਆਂ ਨੇ ਤੇ ਲੋਕ ਇਹਨੂੰ ਛੱਡ ਦਿੰਦੇ ਆ। ਪੰਜਾਬ ਸਰਕਾਰ ਨੂੰ ਪਹਿਲਾ ਕੰਮ ਤਾਂ ਨਸਲ ਸੁਧਾਰ ਦੇ ਉੱਤੇ ਕਰਨਾ ਚਾਹੀਦਾ ਹੈ। ਜਿਵੇਂ ਕਿ ਬ੍ਰਾਜ਼ੀਲ ਦੇ ਵਿੱਚ ਸਾਡੀ ਹਿੰਦੁਸਤਾਨ ਦੀ ਜਿਹੜੀ ਦੇਸੀ ਨਸਲ ਦੀਆਂ ਗਾਈਆਂ ਸੀ, ਚਾਹੇ ਉਹ ਸਾਹੀਵਾਲ ਸੀ, ਚਾਹੇ ਗੀਰ ਸੀ, ਚਾਹੇ ਕਾਗਰੇ ਸੀ, ਚਾਹੇ ਥਾਰਪਾਰਕਰ ਸੀ, ਉਹ ਸਾਰੀਆਂ ਗਾਈਆਂ ਦੇ ਉੱਤੇ ਉਹਨਾਂ ਨੇ ਨਸਲ ਸੁਧਾਰ ਦਾ ਕੰਮ ਕੀਤਾ। ਉਹਨਾਂ ਮੁਲਕਾਂ ਦੇ ਵਿੱਚ ਕੋਈ ਗਾਂ ਵੀ ਅਵਾਰਾ ਨਹੀਂ ਫਿਰਦੀ। ਪਰ ਬਦਕਿਸਮਤੀ ਇਹ ਹੈ ਵੀ ਤੁਹਾਡੀ ਸਰਕਾਰ ਜਦੋਂ ਦੀ ਆਈ ਹੈ, ਆ ਡੈਰੀਆਂ ਦੇ ਵਿੱਚ ਜਿੰਨੇ ਪਲਾਟ ਹੈ ਤੁਹਾਡੇ ਲੀਡਰਾਂ ਦੇ ਦੱਬੇ ਹੋਏ ਨੇ, ਜਿਹੜੇ ਪਾਰਕਾਂ ਦੇ ਪਲਾਟ ਹੈ, ਜਿੰਨੀਆਂ ਪੰਚਾਇਤਾਂ ਦੀਆਂ ਥਾਵਾਂ ਤੁਹਾਡੇ ਲੀਡਰਾਂ ਦੀਆਂ ਦੱਬੀਆਂ ਹੋਈਆਂ ਨੇ। ਰੱਬ ਦਾ ਵਾਸਤਾ, ਤੁਸੀਂ ਜਿੰਨਾ ਕਾਓ ਸੈਸ ਦਾ ਪੈਸਾ, ਸਾਰਾ ਪੈਸਾ ਜੇ ਪੰਜਾਬ ਸਰਕਾਰ ਤੋਂ ਨਹੀਂ ਸਾਂਭ ਸੰਭਾਲ ਹੁੰਦੀ, ਮੈਂ ਇਸ ਚੈਨਲ ਦੇ ਥਰੂ ਤੁਹਾਨੂੰ ਕਹਿਣਾ ਹੈ ਵੀ ਤੁਸੀਂ ਕੋਈ ਇੱਕ ਅਫਸਰ ਆਪਦਾ ਇਹੋ ਜਿਹਾ ਲਾ ਦਿਓ, ਪੈਸਾ ਔਰ ਰਿਲੀਜ਼ ਕਰੇ, ਸਾਰੇ ਪੰਜਾਬ ਦੀਆਂ ਗਾਈਆਂ ਮੈਨੂੰ ਦੇ ਦਿਓ, ਮੈਂ ਉਹਨਾਂ ਦੇ ਪੈਸਿਆਂ ਨਾਲ ਗਾਈਆਂ ਵੀ ਸਾਂਭ ਦੂੰਗਾ ਤੇ ਪੰਜਾਬ ਸਰਕਾਰ ਨੂੰ ਪੈਸੇ ਵੀ ਬਚਾ ਦੂੰਗਾ। ਬਿਲਕੁਲ ਬਿਲकुल, ਅਸੀਂ ਜਗਦੀਪ ਜੀ ਕੋ ਵੀ ਚਲਦੇ ਆ। ਜਿਹੜੇ ਤੁਸੀਂ ਸ਼ਾਰਟਸ ਦੇਖ ਰਹੇ ਹੋ, ਇਹ ਲੁਧਿਆਣਾ ਦਾ ਬੜਾ ਪੋਸ਼ ਇਲਾਕਾ ਹੈ, ਸ਼ਹੀਦ ਭਗਤ ਸਿੰਘ ਨਗਰ, ਜਿੱਥੇ ਕਿ ਸੜਕ ਦੇ ਉੱਤੇ ਡੰਪ ਬਣਾ ਦਿੱਤਾ ਜਾਂਦਾ ਹੈ, ਉਹਦੇ ਨਾਲ ਹੀ ਉਹਦੇ ਉੱਤੇ ਅਵਾਰਾ ਪਸ਼ੂ ਘੁੰਮਦੇ ਨੇ। ਪੂਰੀ ਸੜਕ ਹੈ ਜਿਹੜੀ ਇਸ ਸਮੇਂ ਬਲੌਕ ਹੋ ਚੁੱਕੀ ਹੈ ਜੀ। ਜਗਦੀਪ ਜੀ ਨੇ ਵੀ ਸਾਨੂੰ ਇਹ ਜਿਹੜੇ ਦਰਸ਼ਨ ਕਰਾਏ, ਬੜੇ ਅਨੋਖੇ, ਬੜੇ ਮਤਲਬ ਘਟੀਆ ਦਰਸ਼ਨ ਸੀ, ਕਿਉਂਕਿ ਸਮਾਰਟ ਸਿਟੀ ਜਿਹੜਾ ਸੀਗਾ, ਘੱਟੋ ਘੱਟ ਸਮਾਰਟ ਸਿਟੀ ਦੇ ਨਾਮ ਦੇ ਉੱਤੇ ਇੱਕ ਵੱਡਾ ਥੱਬਾ ਲੱਗਦਾ ਹੈ, ਕਿਉਂਕਿ ਪੋਸ਼ ਇਲਾਕੇ ਦੇ ਵਿੱਚ ਇਸ ਤਰ੍ਹਾਂ ਦੇ ਹਾਲਾਤ ਉਹ ਵੀ ਆਪਣੇ ਆਪ ਦੇ ਵਿੱਚ ਚਿੰਤਾਜਨਕ ਨੇ ਜੀ। ਜਗਦੀਪ ਜੀ, ਗੱਲ ਇਹ ਆ ਅਭਿਸ਼ੇਕ ਜੀ, ਬਈ ਦਰਸ਼ਨ ਦਾ ਤੁਹਾਨੂੰ ਕਰਾਤੇ, ਇਹ ਦਰਸ਼ਨ ਹੁੰਦੇ ਨਹੀਂ, ਇਹ ਬਹੁਤ ਪੁਰਾਣੇ ਸਮੇਂ ਤੋਂ ਕੰਮ ਚੱਲਦਾ ਆ ਰਿਹਾ ਹੈ। ਜੇ ਆਪਾਂ ਅੱਜ ਇਹ ਗੱਲ ਸ਼ੁਰੂ ਹੋਈ ਆ ਵੀ ਗਾਵਾਂ ਦੀ ਸਮੱਸਿਆ ਲੰਬੇ ਅਰਸੇ ਤੋਂ ਹੈ, ਔਰ ਇਹਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਇਹਨਾਂ ਨੇ ਇਹ ਚੇਤਲੀ ਸਾਹਿਬ ਨੇ ਗੱਲ ਕਹੀ ਹੈ ਵੀ ਮੈਂ ਸਾਂਭ ਲਵਾਂਗਾ। ਮੈਂ ਧੰਨਵਾਦ ਕਰਦਾ ਇਹਨਾਂ ਦਾ ਵੀ ਕਮ ਸੇ ਕਮ ਹੌਸਲਾ ਤਾਂ ਕੀਤਾ। ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਬਈ ਪੰਜਾਬ ਦੇ ਵਿੱਚ ਕਿੰਨੀਆਂ ਹੀ ਇਹਨਾਂ ਨੇ ਗਊਸ਼ਾਲਾ ਖੋਲੀਆਂ ਨੇ। ਉਹਨਾਂ ਗਊਸ਼ਾਲਾ ਦੇ ਵਿੱਚ ਸਿਰਫ ਤੇ ਸਿਰਫ ਉਹਨਾਂ ਗਾਵਾਂ ਦੀ ਦੇਖਭਾਲ ਹੁੰਦੀ ਹੈ ਜਿਹੜੀਆਂ ਗਾਵਾਂ ਦੁੱਧ ਦਿੰਦੀਆਂ ਨੇ ਜਾਂ ਜਿਹੜੀਆਂ ਗਾਵਾਂ ਉਹਨਾਂ ਦਾ ਖਰਚਾ ਚੱਕਦੀਆਂ ਨੇ। ਲੇਕਿਨ ਜਿਹੜੀ ਗਾਂ ਇਹਨਾਂ ਦੇ ਖਰਚੇ ਤੋਂ ਪਾਸੇ ਹੋ ਜਾਂਦੀ ਹੈ, ਦੁੱਧ ਘਟ ਜਾਂਦਾ ਹੈ, ਇਹ ਗਊਸ਼ਾਲਾ ਵਾਲੇ ਵੀ ਉਹਦੇ ਟੰਬਾ ਮਾਰਦੇ ਆ, ਮਾਰ ਕੇ ਬਾਹਰ ਕੱਢ ਦਿੰਦੇ ਆ। ਕਿਉਂਕਿ ਕੱਲ ਨੂੰ ਨੌ ਕਿਹਦਾ ਲੱਗਣਾ? ਡੈਰੀਆਂ ਵਾਲਿਆਂ ਦਾ। ਅੱਜ ਦੀ ਡੇਟ ਦੇ ਵਿੱਚ ਇੱਕ ਠੱਪਾ ਡੈਰੀਆਂ ਵਾਲਿਆਂ ਦੇ ਉੱਤੇ ਲੱਗਿਆ ਹੋਇਆ ਬਈ ਜਿਹੜੀ ਕੋਈ ਗਾਂ ਦੁੱਧੋਂ ਭੱਜਦੀ ਆ, ਦੁੱਧੋਂ ਹਟਦੀ ਆ, ਉਹਨੂੰ ਇਹ ਡੈਰੀਆਂ ਵਾਲੇ ਹੀ ਆਪਣੇ ਕੋਲੋਂ ਕੱਢ ਦਿੰਦੇ ਆ। ਮੈਂ ਇਸ ਗੱਲ ਤੋਂ ਮੁਨਕਰ ਨਹੀਂ ਵੀ ਇਹ ਨਹੀਂ ਕਰਦੇ, ਇਹ ਡੈਰੀਆਂ ਵਾਲੇ ਵੀ ਕਰਦੇ ਆ। ਲੇਕਿਨ ਇਹਦੇ ਨਾਲ ਜਿਹੜੇ ਸਾਡੇ ਗਊਸ਼ਾਲਾ ਵਾਲੇ ਭਰਾ ਨੇ ਉਹ ਵੀ ਇਹ ਕੰਮ ਕਰਦੇ ਨੇ, ਜਿੱਥੇ ਉਹਨਾਂ ਨੂੰ ਇਹ ਪਤਾ ਲੱਗਦਾ ਵੀ ਇਹ ਗਾਂ ਸਾਂਭਣੀ ਪਊ, ਇਹ ਗਾਂ ਦੇ ਉੱਤੇ ਖਰਚਾ ਕਰਨਾ ਪਊ, ਇਹਦੀ ਦੇਖਭਾਲ ਕਰਨੀ ਪਊ, ਇਹਦੇ ਤੇ ਲੇਬਰ ਕਰਨੀ ਪਊ, ਇਹ ਵੀ ਵੇਲੇ ਕੁਵੇਲੇ ਉਹਦਾ ਰੱਸਾ ਖੋਲ ਦਿੰਦੇ ਆ। ਬਾਕੀ ਰਹੀ ਗੱਲ ਇਹ ਵੀ ਜਿਹੜੀ ਚੇਤਲੀ ਸਾਹਿਬ ਨੇ ਗੱਲ ਕਹੀ, ਮੈਂ ਇਹਨਾਂ ਦੀ ਗੱਲ ਨਾਲ ਸਹਿਮਤ ਹਾਂ ਬਈ ਸਾਡੇ ਇਸ ਮੁਲਕ ਦੇ ਵਿੱਚ ਜਿਹੜੀਆਂ ਨਸਲਾਂ ਨੇ ਅੱਜ ਜ਼ਿਆਦਾ ਦੁੱਧ ਦੇਣ ਵਾਲੀਆਂ, ਜਰਸੀ ਹੋ ਗਈ, HF ਨਸਲ ਹੋ ਗਈ, ਇਹ ਕੁਛ ਅਰਸੇ ਬਾਅਦ ਇਹਨਾਂ ਦਾ ਜਿਹੜਾ ਹਵਾਨਾ ਉਹ ਵੀ ਟੁੱਟਣਾ, ਇਹਨਾਂ ਨੂੰ
ਇਹ ਪ੍ਰੋਬਲਮ ਆਉਂਦੀ ਹੈ ਦੁੱਧੋਂ ਇੱਕੇ ਦਮ ਭੱਜਦੀਆਂ ਨੇ। 20-25 ਕਿਲੋ ਦੁੱਧ ਹੁੰਦਾ ਗਾਂ ਦੇ ਥੱਲੇ, ਉਹਦਾ ਉਦੋਂ ਹੀ ਪਤਾ ਲੱਗਦਾ ਜਦੋਂ ਉਹਦਾ ਹਵਾਨਾ ਟੁੱਟ ਜਾਂਦਾ ਤੇ ਉਹ ਦੁੱਧੋਂ ਭੱਜ ਜਾਂਦੀ ਆ, ਉਹਦੇ ਥਣ ਮਰ ਜਾਂਦੇ ਆ, ਔਰ ਉਹਦਾ ਇਲਾਜ ਵੀ ਕੋਈ ਹੈ ਨਹੀਂ। ਇਹ ਵੀ ਤੁਹਾਨੂੰ ਮੈਂ ਦੱਸ ਦਿੰਦਾ, ਅਸੀਂ ਜਿੰਨਾ ਮਰਜ਼ੀ ਆਪਣੇ ਆਪ ਨੂੰ ਡਿਵੈਲਪ ਕਹਿ ਲਈਏ ਲੇਕਿਨ ਇਲਾਜ ਨਹੀਂ ਹੁੰਦਾ। ਉੱਥੇ ਕੀ ਹੁੰਦਾ, ਉੱਥੇ ਫਿਰ ਡੈਰੀ ਵਾਲਾ ਮੱਲਕ ਦੇਣੇ ਰਾਤ ਨੂੰ ਹਨੇਰਾ ਹੋਏ ਤੇ ਉਹਦਾ ਰੱਸਾ ਖੋਲਦਾ, ਖੋਲ ਕੇ ਮੱਲ ਡੰਡਾ ਮਾਰਦਾ, ਉਹਨੂੰ ਬਾਹਰ ਕੱਢ ਦਿੰਦਾ। ਹਾਲਤ ਇਹ ਨੇ ਬਈ ਜਿਹੜੀ ਗੱਲ ਪਹਿਲਾਂ ਵੀ ਹੋਈ ਹੈ, ਆਪਣੇ ਹਰਪ੍ਰੀਤ ਜੀ ਨੇ ਗੱਲ ਦੱਸੀ ਹੈ ਵੀ ਜਿਹੜਾ ਕੋਈ ਕੱਟੜੂ ਬੱਛਰੂ ਮੇਲ ਆ ਜਾਂਦਾ, ਜਿੱਦਾਂ ਬੱਚਾ ਆ ਗਿਆ, ਕੱਟਾ ਆ ਗਿਆ, ਪਰ ਅੱਜ ਦੀ ਡੇਟ ਦੇ ਵਿੱਚ ਸਿਰਫ ਗਾਵਾਂ ਦੀ ਦਿੱਕਤ ਹੈ। ਤੁਹਾਨੂੰ ਰੋਡ ਦੇ ਉੱਤੇ ਮਾਝਾ ਕੋਈ ਨਹੀਂ ਮਿਲੂਗਾ, ਨਾ ਤੁਹਾਨੂੰ ਕੱਟਾ ਮਿਲੇ ਨਾ ਕੱਟੀ ਮਿਲੇ, ਲੇਕਿਨ ਇਹ ਗਾਵਾਂ ਦੀ ਦਿੱਕਤ ਹੈ। ਚੱਕਰ ਇਸ ਚੀਜ਼ ਦਾ ਪੈ ਜਾਂਦਾ ਬਈ ਸਾਡੇ ਲੋਕ ਗਾਂ ਨੂੰ ਮਾਤਾ ਕਹਿ ਕੇ ਪੂਜਦੇ ਆ, ਪਰ ਮੈਂ ਹੈਰਾਨ ਆ ਵੀ ਜਦੋਂ ਇਹ ਮਾਤਾ ਦੇ ਟੰਬਾ ਮਾਰ ਕੇ ਬਾਹਰ ਰੂੜੀਆਂ ਤੇ ਫਿਰਨ ਵਾਸਤੇ ਕੱਢ ਦਿੰਦੇ ਆ। बिल्कुल जी। कंवरजीत की कहना चाहोगे, दोनों पार्टियां वालों सवाल खड़े कर देते हैं क्योंकि लगातार डेयरियां वाले ज्यादा दोषी पाए जाते हैं ਇਹਦੇ ਵਿੱਚ। ਲੇਕਿਨ ਤੁਸੀਂ ਕੀ ਮੰਨਦੇ ਹੋ, ਤੁਹਾਡੀ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਕਿ ਅਸੀਂ ਅਵਾਰਾ ਪਸ਼ੂਆਂ ਨੂੰ ਚੱਕਣ ਵਾਸਤੇ ਬੜੇ ਸ਼ੈਲਟਰ ਹਾਊਸ ਬਣਾਏ ਨੇ ਜਿੱਥੇ ਕਿ ਉਹਨਾਂ ਨੂੰ ਰੱਖਿਆ ਜਾਏਗਾ, ਲੇਕਿਨ ਸ਼ੈਲਟਰ ਹਾਊਸ ਕਿੱਥੇ ਨੇ, ਅਵਾਰਾ ਪਸ਼ੂ ਸੜਕਾਂ ਤੇ ਕਿਉਂ ਨੇ? ਇਹਦਾ ਜਵਾਬ ਤੁਸੀਂ ਦਿਓ। ਦੇਖੋ ਮੈਂ ਉਹੀ ਗੱਲ ਕਹਿ ਰਿਹਾ ਸੀਗਾ, ਆਪਣੀ ਗੱਲ ਵਿਚਾਲੇ ਰੁਕ ਗਈ ਸੀ, ਤੁਸੀਂ ਦੂਸਰੇ ਬੁਲਾਰੇ ਨੂੰ ਬੋਲਣ ਦਾ ਸਮਾਂ ਦਿੱਤਾ ਸੀ। ਮੈਂ ਇਹ ਕਹਿ ਰਿਹਾ ਸੀ ਵੀ ਜਿਹੜੇ ਗਊ ਰਕਸ਼ਕ ਦਲ ਵਾਲੇ ਜਿਹੜੇ ਇਹਨਾਂ ਦੇ ਤੋਰੇ ਹੈ ਨਾ, ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਜਿਹੜੇ ਗੁੰਡੇ ਜਿਹੜੇ ਲੋਕਾਂ ਨੂੰ ਸੜਕਾਂ ਤੇ ਘੇਰ ਘੇਰ ਕੇ ਕੁੱਟਦੇ ਫਿਰਦੇ ਆ, ਇਹਨਾਂ ਦਾ ਕੰਮ ਸਿਰਫ ਲੋਕਾਂ ਤੋਂ ਪੈਸੇ ਉਗਰਾਉਣਾ। ਤੇ ਇਹ ਭਾਰਤੀ ਜਨਤਾ ਪਾਰਟੀ ਇਸ ਗੱਲ ਦਾ ਜਵਾਬਦੇਹ ਹੈ, ਇਸ ਗੱਲ ਦੇ ਲਈ ਕਿ ਜਿਹੜੇ ਇਹ 2 ਨੰਬਰੀਏ ਗੁੰਡੇ ਜਿਹੜੇ ਸੜਕਾਂ ਤੇ ਛੱਡੇ ਆ, ਜਿਹੜੇ ਸਲਾਟਰ ਹਾਊਸਾਂ ਵਾਲਿਆਂ ਨੂੰ ਵੀ ਧਮਕਾਉਂਦੇ ਆ, ਜਿਹੜੇ ਟਰਾਂਸਪੋਰਟਰਾਂ ਨੂੰ ਵੀ ਧਮਕਾਉਂਦੇ, ਜਿਹੜੇ ਜਾਨਵਰਾਂ ਨੂੰ ਇੱਧਰ ਤੋਂ ਉੱਧਰ ਲੈ ਕੇ ਜਾਂਦੇ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਅਭਿਸ਼ੇਕ ਜੀ, ਕੋਈ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਗੱਡੀ ਕਿਰਾਏ ਤੇ ਕਰ ਲਓ ਨਾ ਤੇ ਉਹਨੂੰ ਕਹੋ ਵੀ ਅਸੀਂ ਡੱਗਰ ਲੱਦ ਕੇ ਇੱਥੋਂ ਤੋਂ ਉੱਥੇ ਲੈ ਕੇ ਜਾਣੇ ਆ, ਉਹ ਤਿਆਰ ਨਹੀਂ ਹੁੰਦਾ। ਉਹ ਇਸ ਕਰਕੇ ਤਿਆਰ ਨਹੀਂ ਹੁੰਦਾ ਕਿਉਂਕਿ ਇਹ ਜਿਹੜੀ ਦਹਿਸ਼ਤ ਫੈਲਾਈ ਹੈ ਨਾ ਪਿਛਲੇ ਲੰਬੇ ਸਮੇਂ ਤੋਂ ਜਦੋਂ ਦੀ ਭਾਰਤੀ ਜਨਤਾ ਪਾਰਟੀ ਪਾਵਰ ਚ ਆਈ ਹੈ। ਤੇ ਮੈਂ ਇਹੀ ਚਾਹੁੰਦਾ ਸੀ ਵੀ ਇਸ ਗੱਲ ਦਾ ਜਵਾਬ ਚਾਹੇ ਚੇਤਲੀ ਸਾਹਿਬ ਦੇ ਦੇਣ, ਕਿਉਂਕਿ ਇਹ ਤਾਂ ਹੁਣ ਅਕਾਲੀ ਦਲ ਚ ਆਏ, ਹੁਣ ਤੱਕ ਤਾਂ ਭਾਰਤੀ ਜਨਤਾ ਪਾਰਟੀ ਚ ਰਹੇ ਨਾ। ਇਹ ਕਹਿੰਦੇ ਵੀ ਇਹ ਖੇੜਾ ਛੜਾ ਕੇ ਚਲਾ ਗਿਆ। ਮੈਂ ਕਹਿੰਦਾ ਵੀ 10 ਸਾਲ ਇਹਨਾਂ ਦੀ ਸਰਕਾਰ ਰਹੀ ਹੈ, ਇਹ ਉਸ ਸਰਕਾਰ ਦੇ ਵਿੱਚ ਹਿੱਸੇਦਾਰ ਸੀਗੇ, ਠੀਕ ਹੈ ਨਾ। ਅੱਜ ਜੇ ਅਕਾਲੀ ਬਣ ਗਏ ਤਾਂ ਵੀ ਇਹ ਜਵਾਬ ਦੇ। ਉਦੋਂ ਜੇ ਭਾਰਤੀ ਜਨਤਾ ਪਾਰਟੀ ਸੀ ਅੱਜ ਇਹਨਾਂ ਨੂੰ ਯਾਦ ਆ ਗਿਆ। 1 ਮਿੰਟ ਮੇਰੀ ਗੱਲ ਪੂਰੀ ਹੋ ਜਾਣ ਦਿਓ। ਅੱਜ ਇਹਨਾਂ ਨੂੰ ਯਾਦ ਆ ਗਿਆ, ਇਹ ਕਹਿੰਦੇ ਵੀ ਮੈਨੂੰ ਦੇ ਦਿਓ ਠੇਕਾ ਤੇ ਮੈਂ ਕਰ ਦੂੰ ਕਮਾਲ। ਇਹ ਪਹਿਲਾਂ ਕਿਉਂ ਨਾ ਕੀਤੀ? ਉਦੋਂ ਯਾਦ ਨਹੀਂ ਆਇਆ। 10 ਸਾਲ ਸਰਕਾਰ ਰਹੀ ਆ, ਉਦੋਂ ਸੜਕਾਂ ਤੇ ਡੰਗਰ ਨਹੀਂ ਸੀ, ਉਦੋਂ ਐਕਸੀਡੈਂਟ ਨਹੀਂ ਹੁੰਦੇ ਸੀ, ਉਦੋਂ ਲੋਕ ਨਹੀਂ ਮਰਦੇ ਸੀ। ਜਵਾਬ ਦੇ ਦੇਣ। ਇਹ ਅੱਜ ਗੱਲਾਂ ਕਰਦੇ ਆ, ਮੈਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ। ਤਾਂ ਇਸ ਗੱਲ ਦੇ ਲਈ ਇਹ ਤਾਂ ਜਵਾਬ ਦੇ ਸਗੋਂ ਮੈਂ ਕਹਿੰਦਾ ਜ਼ਿਆਦਾ ਨੇ, ਕਿਉਂਕਿ ਉਸ ਸਮੇਂ ਦੇ ਵਿੱਚ ਇਹਨਾਂ ਦਾ ਪੂਰਾ ਜਿਹੜਾ ਕਬਜ਼ਾ ਮੈਂ ਕਹਿੰਦਾ ਕੇਂਦਰ ਸਰਕਾਰ ਤੇ ਵੀ ਤੇ ਪੰਜਾਬ ਸਰਕਾਰ ਤੇ ਵੀ ਰਿਹਾ। ਅੱਜ ਇਹ ਇਸ ਗੱਲੋਂ ਕਿਉਂ ਭੱਜਦੇ? ਅੱਜ ਕਿਉਂ ਪੰਜਾਬ ਦੀ ਸਰਕਾਰ ਦੇ ਮਗਰ ਪੈਂਦੇ ਆ ਭੱਜ ਕੇ? ਉਦੋਂ ਐਕਸੀਡੈਂਟ ਨਹੀਂ ਹੁੰਦੇ ਸੀ। ਕੰਵਰ ਜੀ ਇੱਕ ਗੱਲ ਹੋਰ, ਜਿਸ ਤਰ੍ਹਾਂ ਕਿ ਤੁਸੀਂ ਬੀਜੇਪੀ ਦੇ ਚਲੋ ਆਪਾਂ ਕਹਿ ਜਾਂਦੇ ਕਿ ਕਾਉਸੈਸ ਲਗਾਦਾ, ਕਾਉਸੈਸ ਨੂੰ ਛੱਡ ਕੇ ਅਗਰ ਗੱਲ ਕਰੀਏ ਅਵਾਰਾ ਪਸ਼ੂਆਂ ਦੀ, ਕੀ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ? ਮੈਂ ਕਦੋਂ ਕਹਿ ਰਿਹਾ ਬ੍ਰਦਰ? ਮੈਂ ਨਹੀਂ ਕਹਿ ਰਿਹਾ ਪੰਜਾਬ ਸਰਕਾਰ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ। ਪੰਜਾਬ ਸਰਕਾਰ ਆਪਣੇ ਤੌਰ ਤੇ ਹਰ ਸੰਭਵ ਯਤਨ ਕਰ ਰਹੀ ਹੈ ਤੇ ਮਸਲਾ ਇਸ ਗੱਲ ਦਾ ਹੈ, ਇਹ ਸਮਾਜਿਕ ਜ਼ਿੰਮੇਵਾਰੀ ਸਾਡੀ ਸਾਰਿਆਂ ਦੀ ਬਣਦੀ ਹੈ ਕਿ ਜਿਸ ਤਰ੍ਹਾਂ ਸਰਦਾਰ ਜਗਦੀਪ ਸਿੰਘ ਹੋਰਾਂ ਨੇ ਕਿਹਾ ਨਾ ਕਿ ਬਿਲਕੁਲ ਠੀਕ ਗੱਲ ਹੈ, ਜਦੋਂ ਕੋਈ ਜਾਨਵਰ ਦੁੱਧ ਦੇਣੋਂ ਭੱਜ ਜਾਂਦਾ ਹੈ, ਉਹਦਾ ਦੁੱਧ ਆਉਣਾ ਬੰਦ ਹੋ ਜਾਂਦਾ, ਲੋਕ ਉਹਨਾਂ ਨੂੰ ਆਪਾਂ ਲੋਕ ਹੀ ਆ, ਆਪਣੇ ਚੋਂ ਹੀ ਨਹੀਂ ਉਹ ਲੋਕ ਜਿਹੜੇ ਸੜਕਾਂ ਤੇ ਉੱਤੇ ਛੱਡ ਦਿੰਦੇ ਨੇ। ਤੇ ਕੀ ਉਹਨਾਂ ਨੂੰ ਨਹੀਂ ਪਤਾ ਵੀ ਅਸੀਂ ਵੀ ਇਹਨਾਂ ਸੜਕਾਂ ਤੋਂ ਲੰਘਣਾ, ਸਾਡੇ ਬੱਚਿਆਂ ਨੇ ਵੀ ਲੰਘਣਾ? ਤਾਂ ਇਹ ਮੈਂ ਕਹਿੰਦਾ ਰਾਜਨੀਤਿਕ ਤੇ ਸਰਕਾਰੀ ਹੋਣ ਦੇ ਨਾਲ ਨਾਲ ਇੱਕ ਸਮਾਜਿਕ ਸਰੋਕਾਰ ਵੀ ਹੈ। ਇਹਦੇ ਵਿੱਚ ਸਾਡੀ ਸਾਰਿਆਂ ਦੀ ਕਲੈਕਟਿਵ ਰਿਸਪੌਂਸਿਬਿਲਿਟੀ ਹੈ। ਸਰਕਾਰ ਆਪਣੀ ਜਗ੍ਹਾ ਆਪਣਾ ਕੰਮ ਕਰੇਗੀ, ਕਰ ਰਹੀ ਹੈ। ਮੈਂ ਇਹ ਕਹਿੰਦਾ ਕਿ ਇਹਦੇ ਨਾਲ ਨਾਲ ਜੇਕਰ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਨਾ ਹੋਇਆ ਤੇ ਇਸ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਣਾ। ਇਹਦੇ ਲਈ ਅਸੀਂ ਸਾਰੇ ਬਰਾਬਰ ਜ਼ਿੰਮੇਵਾਰ ਹਾਂ, ਚਾਹੇ ਕੋਈ ਰਾਜਨੀਤਿਕ ਚਾਹੇ ਕੋਈ ਸਮਾਜਿਕ। ਕੀ ਕਹਿਣਾ ਚਾਹੋਗੇ? ਦੇਖੋ ਜੀ, ਪਹਿਲੀ ਗੱਲ ਤਾਂ ਜਗਦੀਪ ਜੀ ਨੇ ਗੱਲ ਕਹੀ ਵੀ ਗਊਸ਼ਾਲਾ ਵਾਲੇ ਦੁੱਧ ਵਾਲੀਆਂ ਗਊਆਂ ਦੇ ਉੱਤੇ ਖਰਚਾ ਚਲਾਉਂਦੇ ਆ ਤੇ ਬਾਕੀ ਗਊਆਂ ਨੂੰ ਡੰਡਾ ਮਾਰ ਕੇ ਬਾਹਰ ਕੱਢ ਦਿੰਦੇ ਆ। ਇਹ ਬਿਲਕੁਲ ਗਲਤ ਗੱਲ ਕਰ ਰਹੇ ਨੇ। ਬਿਲਕੁਲ ਇਸ ਤਰ੍ਹਾਂ ਦਾ ਨਹੀਂ। ਮੇਰੇ ਨਾਲ ਦਫ਼ਤਰ ਦੇ ਗਊਸ਼ਾਲਾ ਬਹੁਤ ਵੱਡੀ ਹੈ, ਘੱਟੋ ਘੱਟ 2000 ਗਾਂ ਉਹਨਾਂ ਕੋਲੇ ਹੋਣਗੀਆਂ। ਸਮੱਸਿਆ ਕੀ ਹੈ?
30 ਰੁਪਏ ਪਰ ਡੰਗਰ ਇਹ ਖਰਚਾ ਸਰਕਾਰ ਜਿਹੜੀ ਗਊਸ਼ਾਲਾ ਨੂੰ ਦਿੰਦੀ ਹੈ, ਜਿਹੜੀ ਸਚਾਈ ਹੈ। ਅੱਛਾ, ਹੁਣ ਜੇ 30 ਰੁਪਏ ਦੇ ਵਿੱਚ ਦੇਖੋ ਇੱਕ ਡੰਗਰ ਦਾ ਖਰਚੇ ਦਾ ਨਹੀਂ ਸਰ ਸਕਦਾ, ਜਿਹੜਾ ਪੈਸਾ ਇਕੱਠਾ ਹੁੰਦਾ ਹੈ, ਜਿਹੜੀ ਗੱਲ ਹਰਪ੍ਰੀਤ ਜੀ ਕਰਦੇ ਆ ਨਾ ਵੀ ਬੀਜੇਪੀ ਵਾਲ ਨੂੰ ਬੁਲਾ ਲਓ, ਚੇਟਲੀ ਸਾਹਿਬ ਵੀ ਬੀਜੇਪੀ ਸੀਗੇ। ਹਰਪ੍ਰੀਤ ਜੀ, ਮੈਂ ਤਾਂ ਤੁਹਾਨੂੰ ਇੱਕ ਹੋਰ ਰਾਏ ਦਿੰਦਾ, ਹੁਣ ਤਾਂ ਸਰਕਾਰ ਤੁਹਾਡੀ ਹੈ ਨਾ, ਤੁਸੀਂ ਇੱਕ ਕੰਮ ਕਰੋ, ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਨੁਮਾਇੰਦੇ ਦੋ ਲੈ ਲਓ, ਇੱਕ ਕਮੇਟੀ ਬਣਾ ਲਓ ਡੀਸੀ ਸਾਹਿਬ ਨਾਲ, ਕਾਰਪੋਰੇਸ਼ਨ ਦੇ ਕਮਿਸ਼ਨਰ ਨਾਲ। ਚਲੋ ਮੈਂ ਤੁਹਾਨੂੰ ਕਹਿੰਦਾ ਜਿੰਨੇ ਪੈਸੇ ਘਟਣਗੇ ਸਾਰੇ ਸ਼ਹਿਰ ਵਾਸੀਆਂ ਤੋਂ ਇਕੱਠੇ ਕਰਾਂਗੇ, ਰਲ ਕੇ ਇਕੱਠੇ ਕਰਾਂਗੇ, ਰਲ ਕੇ ਆਪਾਂ ਰੱਖ ਰਖਾਓ ਕਰਾਂਗੇ, ਦੇਖਾਂਗੇ ਕੌਣ ਗੁੰਡਾਗਰਦੀ ਕਰਦਾ ਤੇ ਕੌਣ ਇਸ ਪੈਸੇ ਦੇ ਵਿੱਚੋਂ ਖਾਂਦਾ, ਕਿਹੜਾ ਡਿਪਾਰਟਮੈਂਟ ਖਾਂਦਾ। ਤੁਸੀਂ ਕੋਈ ਜ਼ਿੰਮੇਵਾਰੀ ਚੱਕੋ, ਇੱਕ ਦੂਜੇ ਦੇ ਉੱਤੇ ਆਪਾਂ ਐਲੀਗੇਸ਼ਨ ਨਾ ਲਾਈਏ, ਆਪਾਂ ਸਾਰੇ ਜ਼ਿੰਮੇਵਾਰ ਆ ਇਸ ਮੁੱਦੇ ਦੇ ਉੱਤੇ। ਆਪਾਂ ਨੂੰ ਰਲ ਮਿਲ ਕੇ ਦੇਖੋ, ਇਹ ਜਿਹੜਾ ਮੁੱਦਾ ਹੈ ਕੋਈ ਰਾਜਨੀਤਿਕ ਮੁੱਦਾ ਨਹੀਂ ਹੈਗਾ। ਮੇਰੀ ਗੱਲ ਸੁਣ ਲਓ, ਮੈਂ ਤੁਹਾਨੂੰ ਦੱਸਾਂ, ਗਊਆਂ ਦੇ ਉੱਤੇ ਰਾਜਨੀਤੀ ਕਰਨ ਦੀ ਲੋੜ ਨਹੀਂ, ਕਿਸੇ ਵੀ ਪਾਰਟੀ ਨੂੰ ਲੋੜ ਨਹੀਂ ਹੈਗੀ, ਨਾ ਆਪਾਂ ਨੂੰ ਕੋਈ ਇੱਕ ਦੂਜੇ ਨੂੰ ਸਰਟੀਫਿਕੇਟ ਦੇਣ ਦੀ ਲੋੜ ਆ, ਨਾ ਲੈਣ ਦੀ ਲੋੜ ਹੈ। ਤੁਸੀਂ ਸਰਕਾਰ ਹੈ, ਤੁਹਾਡੇ ਮੁੱਖ ਮੰਤਰੀ ਜੀ ਚੰਨੀ ਸਾਹਿਬ ਬਣੇ ਨੇ, ਨਵੇਂ ਬਣੇ ਨੇ, ਨਵਾਂ ਬੰਦਾ ਕੰਮ ਵੀ ਜ਼ਿਆਦਾ ਕਰਦਾ। ਤੁਸੀਂ ਸਾਰੇ ਸ਼ਹਿਰਾਂ ਦੀਆਂ ਕਮੇਟੀਆਂ ਬਣਵਾਓ, ਕਾਓ ਸੱਸ ਦੇ ਪੈਸਿਆਂ ਦਾ ਹਿਸਾਬ ਰੱਖੋ, ਜਿੰਨਾ ਪੈਸਾ ਸਾਰਾ ਤੁਸੀਂ ਪ੍ਰੋਪਰ ਗਊਸ਼ਾਲਾ ਨੂੰ ਦਿਓ। ਆਪਾਂ ਗਊਸ਼ਾਲਾ ਦੇ ਉੱਤੇ ਕਮੇਟੀਆਂ ਬਣਾਉਂਦੇ ਆ, ਸ਼ਹਿਰ ਦੇ ਲੋਕ ਨਾਲ ਲਾਉਂਦੇ ਆ, ਫਿਰ ਦੇਖਦਾ ਕਿਹੜੀ ਗਾਂ ਵਾਰਾ ਫਿਰਦੀ ਹੈ। ਪਰ ਜੇ ਸਰਕਾਰ ਦੀ ਨੀਤ ਸਾਫ਼ ਹੋਵੇ, ਕੰਮ ਕਰਨਾ ਚਾਹਵੇ, ਤਾਂ ਜੇ ਇਸ ਤਰ੍ਹਾਂ ਹੀ ਆਪਾਂ ਆ ਕੇ ਡਿਬੇਟਾਂ 'ਚ ਇੱਕ ਦੂਜੇ ਨੂੰ ਮਿਹਣੇ ਮਾਰ ਕੇ ਚਲੇ ਜਾਣਾ, ਫਿਰ ਕੋਈ ਫਾਇਦਾ ਨਹੀਂ ਜੀ। ਜਗਦੀਪ ਜੀ, ਕੀ ਸਹਿਮਤ ਹੋ ਤੁਸੀਂ ਕਮਲ ਜੀ ਨਾਲ? ਮੈਂ ਕਮਲ ਜੀ ਇੱਕ ਗੱਲ ਜ਼ਰੂਰ ਕਹਿਣਾ, ਠੀਕ ਹੈ ਤੁਹਾਡੇ ਗੁਆਂਢ ਦੇ ਵਿੱਚ 2000 ਗਾਂ ਰੱਖੀ ਹੋਈ ਹੈ, ਮੈਂ ਇਸ ਗੱਲ ਨਾਲ ਵੀ ਸਹਿਮਤ ਹੋ ਜਾਊਂਗਾ ਵੀ ਉਹਨਾਂ ਨੇ ਵਧੀਆ ਰੱਖ ਰਖਾਵ ਰੱਖਿਆ ਹੋਊਗਾ। ਲੇਕਿਨ ਤੁਸੀਂ ਆਪਣੇ ਘਰੋਂ ਬਾਹਰ ਨਿਕਲ ਕੇ ਥੋੜਾ ਜਿਹਾ ਦੇਖੋ, ਬਹੁਤ ਬੁਰਾ ਹਾਲ ਹੈ। ਕਈ ਜਗ੍ਹਾ ਤਾਂ ਡੰਗਰ ਭੁੱਖੇ ਬੈਠੇ ਆ। ਇਹ ਜਿਹੜਾ 30 ਰੁਪਏ ਵਾਲੀ ਤੁਸੀਂ ਗੱਲ ਕਰਦੇ ਹੋ, ਇਸ 30 ਰੁਪਏ ਦੇ ਨਾਲ ਇੱਕ ਡੰਗਰ ਦਾ ਪੂਰਾ ਨਹੀਂ ਆਉਂਦਾ। ਬਾਕੀ ਰਹੀ ਗੱਲ ਇਹ ਜਿਹੜੀ ਤੁਸੀਂ ਗੁੰਡਾਗਰਦੀ ਵਾਲੀ ਗੱਲ ਕਰਦੇ ਹੋ, ਮੈਂ ਤੁਹਾਨੂੰ ਉਹ ਵੀ ਇੱਥੇ ਦੱਸ ਦਿੰਦਾ, ਇੱਕ ਸਪਸ਼ਟ ਕਰ ਦਿੰਦਾ, ਨਾ ਤਾਂ ਮੈਂ ਕਿਸੇ ਕਾਂਗਰਸ ਤੇ ਦੋਸ਼ ਲਾਉਣਾ, ਨਾ ਮੈਂ ਭਾਜਪਾ ਤੇ, ਨਾ ਮੈਂ ਅਕਾਲੀ ਦਲ ਤੇ, ਮੈਂ ਕਿਸੇ ਪਾਰਟੀ ਦੇ ਦੋਸ਼ ਨਹੀਂ ਲਾਉਂਦਾ। ਅਸੀਂ ਦੋਸ਼ ਲਾਉਨੇ ਆ ਆਪਣੇ ਆਪ ਤੇ। ਉਹ ਕਿਉਂ? ਅਸੀਂ ਇਹਦੇ ਵਿੱਚ ਸਾਰੇ ਹੀ ਜ਼ਿੰਮੇਵਾਰ ਹਾਂ। ਜਿਹੜੀ ਗੁੰਡਾਗਰਦੀ ਵਾਲੀ ਗੱਲ ਸੀ, ਇੱਥੇ ਤੁਹਾਡੇ ਹੈਬੋਵਾਲ ਦੇ ਵਿੱਚ ਹੀ ਕਿੰਨੀ ਵਾਰ ਝਗੜਾ ਹੋ ਚੁੱਕਿਆ ਡੈਰੀਆਂ ਦੇ ਵਿੱਚੋਂ, ਜਦੋਂ ਗਾਵਾਂ ਭਰੀਆਂ ਗਈਆਂ ਨੇ, ਉਹ ਬੰਦਿਆਂ ਨੇ ਆ ਕੇ ਗੱਡੀਆਂ ਵਾਲਿਆਂ ਨੂੰ ਕੁੱਟਿਆ, ਉਹਨਾਂ ਦੇ ਸ਼ੀਸ਼ੇ ਭੰਨੇ ਆ। ਇਹ ਇੱਕ ਵਾਰੀ ਨਹੀਂ, ਬਹੁਤ ਵਾਰ ਹੋ ਚੁੱਕਿਆ। ਔਰ ਇਹਦੇ ਵਿੱਚ ਕਈ ਬੰਦਿਆਂ ਨੇ ਬਾਹਰਲੀਆਂ ਸਟੇਟਾਂ 'ਚ ਆਪਣੀਆਂ ਜਾਨਾਂ ਵੀ ਗਵਾ ਦਿੱਤੀਆਂ ਨੇ। ਲੋਕਾਂ ਨੇ ਜਿਹੜੇ ਕੁਝ ਅਨਸਰ, ਮੈਂ ਸਾਰੇ ਨਹੀਂ ਕਹਿੰਦਾ, ਇਹ ਚੰਦ ਕੁ ਬੰਦੇ ਨੇ ਜਿਨ੍ਹਾਂ ਨੇ ਗੈਂਗ ਬਣਾਏ ਹੋਏ ਨੇ ਆਪਣੇ। ਉਹ ਬੰਦੇ ਕੀ ਕਰਦੇ ਆ, ਗੱਡੀਆਂ ਲੈਂਦੇ ਆ, ਗੱਡੀਆਂ ਲੈ ਕੇ ਆਪਣੇ ਜੀਪਾਂ ਕਾਰਾਂ ਉਹਦੇ 'ਚ ਬੰਦੇ ਲੋਡ ਕਰਦੇ ਆ। ਜਿਹੜੀ ਕੋਈ ਕੱਲੀ ਗੱਡੀ ਟੱਕਰ ਜਾਂਦੀ ਆ ਡੰਗਰਾਂ ਵਾਲੀ, ਉਹਦੇ ਨਾਲ ਜੋ ਕੁਝ ਹੁੰਦਾ ਸੜਕ ਦੇ ਉੱਤੇ, ਉਹ ਜਾਣਦਾ ਜਾਂ ਉਹਦਾ ਰੱਬ ਜਾਣਦਾ। ਔਰ ਇਹਦੇ ਵਿੱਚ ਹਰ ਬੰਦੇ ਨੂੰ ਪਤਾ ਵੀ ਕਿੰਨੇ ਕਤਲ ਵੀ ਹੋ ਚੁੱਕੇ ਨੇ। ਬਾਕੀ ਰਹੀ ਗੱਲ ਇਹ ਵੀ ਅਗਰ ਉਹਨਾਂ ਦਾ ਮਹੀਨਾ ਤੁਰਿਆ ਰਹਿੰਦਾ ਤਾਂ ਕੋਈ ਨਹੀਂ ਪੁੱਛਦਾ। ਹਰ ਬਾਰਡਰ ਦੇ ਉੱਤੇ ਹਰ ਉਹਨਾਂ ਦੇ ਬੰਦੇ ਬੈਠੇ ਨੇ। ਜੇ ਉਹਨਾਂ ਦੇ ਹਿਸਾਬ ਨਾਲ ਕੰਮ ਚੱਲਦਾ ਵੈਲ ਐਂਡ ਗੁੱਡ, ਅਗਰ ਨਹੀਂ ਚੱਲਦਾ ਤਾਂ ਜਿਹੜਾ ਕੰਮ ਤੁਹਾਨੂੰ ਮੈਂ ਦੱਸਿਆ ਫਿਰ ਉਹ ਗੱਡੀ ਵਾਲੇ ਨਾਲ ਆ ਹੁੰਦਾ। ਤੁਸੀਂ ਇਸ ਗੱਲ ਤੇ ਤੁਹਾਨੂੰ ਮੰਨਣਾ ਪਊਗਾ ਬਈ ਇਹ ਕੁਝ ਪੰਜਾਬ 'ਚ ਵੀ ਔਰ ਸਾਰੇ ਹਿੰਦੁਸਤਾਨ ਦੇ ਵਿੱਚ ਹੁੰਦਾ ਹੈ, ਇਹ ਇੱਕ ਜਗ੍ਹਾ ਨਹੀਂ ਹੁੰਦਾ ਹੈਗਾ। ਬਾਕੀ ਰਹੀ ਜਿਹੜੀ ਕਾਓ ਸੈਸ ਵਾਲੀ ਗੱਲ ਹੈ, ਕਾਓ ਸੈਸ ਲੱਗਿਆ ਹੋਇਆ ਹਰ ਚੀਜ਼ ਦੇ ਉੱਤੇ। ਕਾਓ ਸੈਸ ਦਿੰਦੇ ਆ ਬਿਜਲੀ ਹੈ ਇਹਦੇ ਤੇ ਵੀ ਕਾਓ ਸੈਸ ਲਾ ਕੇ ਭੇਜ ਦਿੰਦੇ ਆ। ਲੇਕਿਨ ਸਰਕਾਰਾਂ ਗੰਭੀਰ ਨਹੀਂ ਹੈਗੀਆਂ ਇਹਨਾਂ ਮਸਲਿਆਂ ਨੂੰ ਸੰਭਾਲਣ ਵਾਸਤੇ। ਇਹ ਉਦਣ ਰੌਲਾ ਪੈਂਦਾ ਜਿੱਦਣ ਕੋਈ ਬੰਦਾ ਸੜਕ ਦੇ ਉੱਤੇ ਮੋਟਰਸਾਈਕਲ ਵਾਲਾ ਵਿੱਚ ਲੱਗਦਾ ਔਰ ਉਹਦੀ ਡੈਥ ਹੋ ਜਾਂਦੀ ਹੈ। ਉਹ 2 ਜਾਂ 3 ਦਿਨ ਅਖਬਾਰਾਂ ਦੀਆਂ ਸੁਰਖੀਆਂ ਬਣਦਾ, ਉਸ ਤੋਂ ਬਾਅਦ ਉਹ ਵੀ ਬਿਲਕੁਲ ਸ਼ਾਂਤ ਹੋ ਜਾਂਦਾ। ਲੇਕਿਨ ਅਗਰ ਕਿਸੇ ਗੱਡੀ ਦੇ ਥੱਲੇ ਆ ਕੇ ਗਾਂ ਮਰ ਜਾਂਦੀ ਹੈ ਤਾਂ ਉੱਥੇ ਡਰਾਮਾ ਕਰਨ ਵਾਲੇ ਬੰਦੇ ਇਕੱਠੇ ਹੋ ਕੇ ਉਸ ਗੱਡੀ ਵਾਲੇ ਨਾਲ ਜੋ ਕਰਦੇ ਆ, ਉਹ ਤੁਸੀਂ ਵੀ ਵਾਕਿਫ ਹੋ, ਇਹ ਹਰਪ੍ਰੀਤ ਜੀ ਵੀ ਵਾਕਿਫ ਹੈ, ਹਰ ਬੰਦਾ ਵਾਕਿਫ ਆ ਵੀ ਕੀ ਹੁੰਦਾ। ਇਸ ਕਰਕੇ ਇਹ ਮੈਂ ਤੁਹਾਡੀ ਇਸ ਗੱਲ ਨਾਲ ਵੀ ਸਹਿਮਤ ਹਾਂ ਵੀ ਸਾਰਿਆਂ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ। ਕਿਉਂ? ਮੇਰੇ ਇਕੱਲੇ ਦੇ ਬੱਚੇ
ਜਾਂ ਤੁਹਾਡੇ ਕੱਲਿਆਂ ਦੇ ਜਾਂ ਹਰਪ੍ਰੀਤ ਜੀ ਦੇ ਕੱਲਿਆਂ ਦੇ ਬੱਚੇ ਨਹੀਂ ਸੜਕਾਂ ਤੇ ਫਿਰਦੇ, ਸੜਕਾਂ ਤੇ ਸਾਰਿਆਂ ਦੇ ਬੱਚੇ ਫਿਰਦੇ ਆ। ਇਹ ਉਹਨਾਂ ਪਰਿਵਾਰਾਂ ਨੂੰ ਵੀ ਸੋਚਣਾ ਚਾਹੀਦਾ ਜਿਹੜੇ ਪਰਿਵਾਰ ਗਾਂ ਦੇ ਡੰਡਾ ਮਾਰ ਕੇ ਘਰੋਂ ਕੱਢ ਦਿੰਦੇ ਆ। ਨੰਬਰ 2 ਰਹੀ ਗੱਲ ਇਹ ਜ਼ਿਮੀਦਾਰ ਚੇਤਲੀ ਸਾਹਿਬ ਨੇ ਜਿੱਦਾਂ ਕਿਹਾ ਸੀਗਾ ਕਿ ਸਲਾਹ ਦਿੱਤੀ ਹੈ ਤੁਹਾਨੂੰ ਇੱਕ ਕਮੇਟੀ ਬਣਾਉਣ ਦੀ ਸਾਰੀਆਂ ਪਾਰਟੀਆਂ ਨਾਲ ਮਿਲ ਕੇ, ਕਿਉਂਕਿ ਤੁਸੀਂ ਚੰਨੀ ਸਾਹਿਬ ਤੱਕ ਗੱਲ ਪਹੁੰਚਾਓ ਤੇ ਕੀ ਕਮੇਟੀ ਬਣ ਸਕੇਗੀ। ਕਮੇਟੀ ਬਣਨ ਤੋਂ ਬਾਅਦ ਕੋਈ ਹੱਲ ਨਿਕਲੇਗਾ ਜਿਹੜੇ ਅਵਾਰਾ ਪਸ਼ੂ ਨੇ? ਹੱਲ ਦੇਖੋ, ਪਹਿਲੀ ਗੱਲ ਤਾਂ ਇਹਨਾਂ ਦੀ ਸਲਾਹ ਲੈ ਕੇ ਨਹੀਂ ਅਸੀਂ ਕਰਨਾ, ਅਸੀਂ ਜੋ ਕਰਨਾ ਉਹ ਕਰ ਹੀ ਦੇਣਾ। ਗੱਲ ਇਹ ਹੈ ਵੀ ਇਹਨਾਂ ਦੀ ਤਾਂ ਮੈਂ ਕਿਸੇ ਵੀ ਗੱਲ ਨਾਲ ਸਹਿਮਤ ਨਹੀਂ, ਹਵਾ ਹੀ ਗੱਲਾਂ ਕਰਦੇ ਨੇ। ਜੇ ਇਹਨਾਂ ਨੇ ਕਰਨਾ ਹੁੰਦਾ, ਮੈਂ ਤਾਂ ਪਹਿਲਾਂ ਸਵਾਲ ਪੁੱਛ ਚੁੱਕਿਆ, ਇਹਨਾਂ ਨੇ ਜਵਾਬ ਨਹੀਂ ਦਿੱਤਾ। ਅਸੀਂ ਨਹੀਂ ਕੀਤਾ, ਤੁਸੀਂ ਕਰ ਲਓ, ਹੁਣ ਤਾਂ ਤੁਹਾਡੀ ਸਰਕਾਰ ਹੈ। ਤੁਸੀਂ ਤਾਂ ਤੁਹਾਨੂੰ ਲੋਕਾਂ ਨੇ ਸਾਰਾ ਦੇ ਡੋਲਾਂ ਨੂੰ ਐਡੇ ਵਧੀਆ ਮੁੱਖ ਮੰਤਰੀ ਬਣਾ ਲਏ, ਤੁਸੀਂ ਕਰ ਲਓ, ਅਸੀਂ ਤਾਂ ਨਹੀਂ ਕੀਤਾ, ਮੰਨ ਲੈਂਦੇ, ਤੁਸੀਂ ਕਰਕੇ ਦਿਖਾਓ। ਰਹਿਣ ਦਿਓ, ਲੋਕਾਂ ਨੇ ਤੁਹਾਨੂੰ ਘਰੇ ਬਿਠਾਇਆ, ਘਰੇ ਬੈਠੋ ਆਰਾਮ ਨਾਲ। ਅਸੀਂ ਤਾਂ ਬੈਠੇ ਆ, ਤੁਸੀਂ ਕਰਕੇ ਦਿਖਾਓ। ਤੁਹਾਡੇ ਰਾਜ ਭਾਗ ਚ ਅੱਗੋਂ ਵੀ ਤੁਹਾਡੇ ਮੰਤਰੀ, ਤੁਹਾਡਾ ਮੇਅਰ ਸਾਰਿਆਂ ਨਾਲ ਵੱਧ ਕੇ ਆਪਾਂ ਤੁਸੀਂ ਘਰੇ ਰਹਿਣ ਦੀ ਆਦਤ ਮਾਰੋ ਆਪਣੇ। ਹਰਪ੍ਰੀਤ ਜੀ ਕਿਹੜਾ ਕੋਈ ਪ੍ਰਾਪਤ ਜਵਾਬ ਨਹੀਂ, ਤੁਸੀਂ ਮੈਂ ਦੇਖੋ ਮੇਰੀ ਗੱਲ ਦਾ ਕੋਈ ਜਵਾਬ ਹੀ ਨਹੀਂ। ਮੇਰੀ ਗੱਲ ਸੁਣ ਲਓ, ਤੁਸੀਂ ਆਪ ਜਵਾਬ ਦੇ ਲੈਂਦੇ ਹੋ, ਇਹਨਾਂ ਨੂੰ ਚੁੱਪ ਕਰਾਓ ਯਾਰ। ਇਹਨਾਂ ਕੋਲ ਕਹਿ ਦਿਓ ਕੁਝ ਨਹੀਂ, ਐਵੇਂ ਰੌਲਾ ਪਾਈ ਜਾਂਦੇ ਫਾਲਤੂ ਦਾ। ਮੈਂ ਹਰਪ੍ਰੀਤ ਸਿੰਘ ਦੀ ਗੱਲ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ। ਉਹਨਾਂ ਨੇ ਸਿਆਸੀ ਗੱਲਾਂ ਤੋਂ ਉੱਪਰ ਉੱਠ ਕੇ, ਇਹ ਸਿਆਸੀ ਨਹੀਂ ਹੈ, ਮੈਂ ਕਹਿੰਦਾ ਤੁਸੀਂ ਮੁਰੇ ਲੱਗੋ, ਤੁਸੀਂ ਮੈਂਬਰ ਬਣ ਸਕਦੇ ਹੋ। ਗੱਲ ਦਾ ਪਤਾ ਨਾ ਲੈਣਾ ਪਾਈ ਜਾਂਦੇ ਹੋ। ਦੱਸੋ ਗੱਲਾਂ ਚ ਕੋਈ ਨਿਕਲਦਾ ਰੌਲਾ ਕਿਉਂ? ਮੈਂ ਰੌਲਾ ਕੋਈ ਨਹੀਂ, ਛੱਡੋ ਯਾਰ ਜਾਣ ਦਿਓ। ਤੁਹਾਨੂੰ ਸੱਚ ਚੇਤਲੀ ਸਾਹਿਬ ਦੀ ਗੱਲ ਨਾਲ ਸੱਚ ਕਿੱਥੇ ਤੁਹਾਡੇ ਪੱਲੇ ਹੀ ਹੈ? ਚੇਤਲੀ ਸਾਹਿਬ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਹਿਲੇ ਹਰਪ੍ਰੀਤ ਜੀ ਮੇਰੀ ਵੀ ਸਿੱਖਿਆ, ਹੁਣ ਵਾਲੇ ਤੋਂ ਵੀ ਸਿੱਖਿਆ। ਆਪਾਂ ਜੇ ਅਗਰ ਤੁਸੀਂ ਸੱਚ ਸੁਣੋ, ਪੰਜਾਬੀ ਹੋਣ ਦੇ ਨਾਤੇ ਤੇ ਇੱਕ ਹੋਣ ਦੇ ਨਾਤੇ ਤੇ ਅਗਰ ਇਹ ਕੰਮ ਕਰੋਗੇ, ਕੁਝ ਨਹੀਂ ਕੀਤਾ, ਅਗਰ ਕੋਈ ਸਲਾਹ ਹੁਣ ਦਿੰਦਾ ਮੰਨਿਓ, ਤਾਂ ਸਲਾਹ ਲੈ ਪਹਿਲਾਂ ਲੈਣੀ ਚਾਹੀਦੀ ਹੈ। ਸ਼ੁਰੂ ਹੋਣ ਇਹ ਤੁਹਾਨੂੰ ਕੋਈ ਸਲਾਹ ਫਰੀ ਦੀ ਸਲਾਹ ਹੈ ਤੱਕ ਨਾ ਤੁਸੀਂ ਮੁਰੇ ਲੱਗ ਜਾਓ। ਸਰਦਾਰ ਤੁਸੀਂ ਜਗਦੀਪ ਕਿੰਨੇ ਸਿੰਘ ਸਾਹਮਣੇ ਕਾਉਂਸਲ ਹਰ ਗੱਲ ਨਾਲ ਸਹਿਮਤ, ਤੁਹਾਡੀ ਹਰ ਗੱਲ ਦੇ ਮੈਂ ਖਿਲਾਫ ਆ। ਤੁਸੀਂ ਗਲਤ ਗੱਲਾਂ ਕਰਦੇ ਨਹੀਂ, ਇੱਕ ਮਿੰਟ ਹਰਪ੍ਰੀਤ ਜੀ, ਮੈਂ ਇਸ ਗੱਲ ਦੇ ਤੁਸੀਂ ਠੀਕ ਕਰਦੇ ਖਿਲਾਫ। ਤੁਸੀਂ ਗਾਈਆਂ ਸਾਹਮਣੇ ਲੋ, ਉਹਦਾ ਕਾਰਨ ਕੀ ਹੈ ਬਈ? ਤੁਸੀਂ ਜਗਦੀਪ ਸਿੰਘ ਹੋਣੀ ਕੋਈ ਗੱਲ ਦੱਸਣ ਲੱਗੀ ਹੈ, ਕੰਮ ਦੀ ਸੁਣ ਲਓ। ਤੁਸੀਂ ਕਾਉਂਸਲ ਦਾ ਪੈਸਾ ਦੱਸੋ, ਮਰਦਾ ਗਰੀਬ ਮਰਦਾ, ਅਮੀਰ ਕੋਈ ਨਹੀਂ ਮਰਦਾ। ਪੈਸੇ ਤੁਸੀਂ ਪਹਿਲਾਂ ਸਰਦਾਰ ਜਗਦੀਪ ਸਿੰਘ ਹੋਣੀ ਗੱਲ। ਅਮੀਰ ਜਾਂਦਾ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ, ਗਰੀਬ ਜਾਂਦਾ ਮੋਟਰਸਾਈਕਲ ਸਕੂਟਰ ਦੇ ਉੱਤੇ, ਸਾਈਕਲ ਦੇ ਉੱਤੇ। ਠੀਕ ਆ ਜੀ, ਅਮੀਰ ਨੂੰ ਕੋਈ ਫਰਕ ਨਹੀਂ ਪੈਣਾ, ਫਰਕ ਪੈਣਾ ਗਰੀਬ ਨੂੰ। ਗਰੀਬ ਦਾ ਘਰ ਉਜੜਦਾ ਹੈ। ਦੇਖੋ, ਮੈਂ ਇੱਕ ਗੱਲ ਨਾਲ ਸਹਿਮਤ ਹਾਂ, ਅਗਰ ਤੁਸੀਂ ਕੋਈ ਵਧੀਆ ਸਲਾਹ ਦਿੰਦੇ ਹੋ, ਸਾਡੀ ਸਰਕਾਰ ਹੋਵੇ, ਸਾਡਾ ਫਰਜ਼ ਇਹ ਬਣਦਾ ਵੀ ਤੁਹਾਡੀ ਸਲਾਹ ਲੈ ਕੇ ਕੰਮ ਕਰ ਲਈਏ। ਚੇਤਲੀ ਸਾਹਿਬ ਕੋ ਵਧੀਆ ਸਲਾਹ ਦਿੰਦੇ ਆ, ਉਸ ਚੀਜ਼ ਦੀ ਸਲਾਹ ਲੈ ਕੇ ਵਧੀਆ ਰੂਪ ਚ ਕੰਮ ਕਰ ਲਈਏ। ਅਗਰ ਅਸੀਂ ਇਸ ਚੀਜ਼ ਦੇ ਵਿੱਚ ਰਹੇ ਬਈ ਨਹੀਂ ਅਸੀਂ ਉਹਦੀ ਨਹੀਂ ਮੰਨਣੀ, ਉਹਦੀ ਨਹੀਂ ਮੰਨਣੀ, ਉਹ ਤਾਂ ਫਿਰ ਗੱਲ ਉਹੀ ਹੋ ਗਈ, ਪੰਚਾਂ ਦਾ ਕਹਿਣਾ ਸਿਰ ਮੱਥੇ ਪਰ ਨਾਲਾ ਉੱਥੇ ਦਾ ਉੱਥੇ। ਫਿਰ ਇਹਦਾ ਕੋਈ ਹੱਲ ਨਹੀਂ ਹੋਣਾ ਹੈਗਾ। ਮੈਂ ਸਰਦਾਰ ਜਗਦੀਪ ਸਿੰਘ ਜੀ, ਇੱਕ ਤੁਹਾਨੂੰ ਮੈਂ ਗੱਲ ਦੱਸਾਂ, ਤੁਹਾਡੀ ਗੱਲ ਸੁਣ ਲਈ, ਮੈਂ ਮੇਰੀ ਬੇਨਤੀ ਸੁਣ ਲਓ। ਗੱਲ ਇਹ ਹੈ ਵੀ ਇਹ ਗੱਲਾਂ ਕਰਦੇ ਆ ਇੰਪ੍ਰੈਕਟੀਕਲ। ਜੇ ਇਹ ਜੋ ਇਹ ਕਹਿ ਰਹੇ ਆ ਉਹ ਹੋਣ ਲਾਇਕ ਹੁੰਦਾ, ਉਹ ਹੁੰਦਾ ਤੇ ਕਿਉਂ ਇਹਨਾਂ ਦੀ 10 ਸਾਲ ਸਰਕਾਰ ਰਹੀ, ਕਿਉਂ ਨਾ ਕਰ ਸਕੇ? ਮੇਰੀ ਗੱਲ ਸਮਝੋ। 4.5 ਸਾਲ ਤੋਂ ਤੁਹਾਡੀ ਅਸੀਂ, ਤੁਸੀਂ ਕਰ ਲਓ, ਹੁਣ ਕਰ ਲਓ, 3 ਮਹੀਨੇ ਪਹਿਲੇ ਹੁਣ ਤੁਸੀਂ ਮੰਨਦੇ ਹੋ ਕਿ ਅਸੀਂ ਫੇਲ ਹੁਣ ਕਰ ਲਓ। ਤੁਸੀਂ ਕੀ ਫਰਕ ਪੈਂਦਾ ਦੱਸੋ ਗੱਲ। ਅਸੀਂ ਨਹੀਂ ਕੀਤਾ ਤਾਂ ਸਾਨੂੰ ਲੋਕਾਂ ਨੇ ਲਾਦਾ। ਮੇਰੀ ਗੱਲ ਸਮਝੋ, ਹੁਣ ਤੁਸੀਂ ਮੰਨ ਗਏ ਨਾ ਵੀ ਅਸੀਂ ਫੇਲ ਹੋਏ ਆ, ਤੁਸੀਂ ਮੰਨ ਕੇ ਗੱਲ ਇਹ ਤਾਂ ਮੰਨ ਕੇ ਤੁਹਾਡੇ ਇੱਕ ਮਿੰਟ ਸਰਕਾਰਾਂ ਯਾਰ ਦੇਖੋ ਇਦਾਂ ਕਰੋ, ਵੱਡੇ ਦਿਲ ਦਾ ਸਬੂਤ ਦਿਓ। ਤੁਹਾਡੀ ਸਰਕਾਰ ਦਾ ਹਾਲ ਵਿੱਚ ਦੁਬਾਰਾ ਕਿਹੜਾ ਹੋਇਆ ਪਿਆ? ਮੇਰੀ ਗੱਲ ਸੁਣੋ, ਤੁਹਾਡੇ ਮੰਤਰੀ ਜਿਹਨਾਂ ਨੇ ਦੇ ਵਿੱਚ ਸਰਕਾਰ ਖਿਲਾਫ ਬੋਲਦੇ ਆ, ਤੁਸੀਂ ਹੱਥ ਖੜਾ ਕਰਕੇ ਕਹੋ, ਅੱਜ ਕਹਿ ਦਿਓ ਕੋਈ ਗੱਲ ਨਹੀਂ ਦੇਖੀ ਜਿਹੜੇ ਆਪਣਾ ਰਾਹੁਲ ਗਾਂਧੀ ਚੋਰੀ ਨਹੀਂ ਹੁੰਦਾ ਸਿਆਸਤ ਦੇ ਵਿੱਚ, ਹਮੇਸ਼ਾ ਜਿੱਤਣਾ ਹੀ ਹੁੰਦਾ। ਅੱਜ ਦੀ ਡੇਟ ਦੇ ਵਿੱਚ ਕੋਈ ਮੈਂ ਤੁਹਾਡੇ ਨਾਲ ਕੋਈ ਗੱਲ ਤੁਸੀਂ ਕਹਿ ਦਿਓ, ਹੱਥ ਖੜਾ ਕਰਕੇ ਅਸੀਂ ਫੇਲ ਕਹਿ ਦਿਓ। ਤੰਗ ਆਇਆ ਹੋਇਆ ਹੈ, ਇਹਦੇ ਕਾਰਨ ਸਾਨੂੰ ਇਸ ਡਿਬੇਟ ਨੂੰ ਅੱਗੇ ਦੁਬਾਰਾ ਕੰਟੀਨਿਊ ਦੁਬਾਰਾ ਕਰਾਂਗੇ। ਜੋ ਹੁਣ ਮੈਨੂੰ ਦਿਓ ਇਜਾਜ਼ਤ, ਧੰਨਵਾਦ।